ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਕ ਓੰਕਾਰ, ਇਕ ਓੰਕਾਰ, ਸਤਿਗੁਰ ਪ੍ਰਸਾਦ, ਸਤਿਗੁਰ ਪ੍ਰਸਾਦ। ਗੌੜੀ ਬੈਰਾਗਣ, ਗੌੜੀ ਬੈਰਾਗਣ, ਰਵਿਦਾਸ ਜੀਓ, ਰਵਿਦਾਸ ਜੀਓ। ਘਟ ਅਵਘਟ ਡੂਗਰ ਘਣਾ, ਘਟ ਅਵਘਟ ਡੂਗਰ ਘਣਾ। ਇਕ ਨਿਰਗੁਣ ਬੈਲ ਹਮਾਰ, ਇਕ ਨਿਰਗੁਣ ਬੈਲ ਹਮਾਰ। ਰਮਈਏ ਸਿਉ ਇਕ ਬੇਨਤੀ, ਰਮਈਏ ਸਿਉ ਇਕ ਬੇਨਤੀ। ਮੇਰੀ ਪੂੰਜੀ ਰਾਖ ਮੁਰਾਰ, ਮੇਰੀ ਪੂੰਜੀ ਰਾਖ ਮੁਰਾਰ। ਕੋ ਬਣ ਜਾਰੋ RAM ਕੋ, ਕੋ ਬਣ ਜਾਰੋ RAM ਕੋ। ਮੇਰਾ ਟਾਂਡਾ ਲਾਦਿਆ ਜਾਏ ਰੇ, ਮੇਰਾ ਟਾਂਡਾ ਲਾਦਿਆ ਜਾਏ ਰੇ। ਰਹਾਉ ਰਹਾਉ। ਹੋਂ ਬਣ ਜਾਰੋ RAM ਕੋ, ਹੋਂ ਬਣ ਜਾਰੋ RAM ਕੋ। ਸਹਿਜ ਕਰੋ ਵਿਆਪਾਰ, ਸਹਿਜ ਕਰੋ ਵਿਆਪਾਰ। ਮੈਂ RAM ਨਾਮ ਤਨ ਲਾਦਿਆ, ਮੈਂ RAM ਨਾਮ ਤਨ ਲਾਦਿਆ। ਵਿਖ ਲਾਦੀ ਸੰਸਾਰ, ਵਿਖ ਲਾਦੀ ਸੰਸਾਰ। ਉਰਵਾਰ ਪਾਰ ਕੇ ਦਾਨੀਆਂ, ਉਰਵਾਰ ਪਾਰ ਕੇ ਦਾਨੀਆਂ। ਲਿਖ ਲਿਓ ਆਲ ਪਤਾਲ, ਲਿਖ ਲਿਓ ਆਲ ਪਤਾਲ। ਮੋਹੇ ਜਮ ਡੰਡ ਨਾ ਲਾਗਈ, ਮੋਹੇ ਜਮ ਡੰਡ ਨ ਲਾਗਈ। ਤਜੀਲੇ ਸਰਬ ਜੰਜਾਲ, ਤਜਿਲੇ ਸਰਬ ਜੰਜਾਲ। ਜੈਸਾ ਰੰਗ ਕੁਸੁੰਭ ਕਾ, ਜੈਸਾ ਰੰਗ ਕੁਸੁੰਭ ਕਾ। ਤੈਸਾ ਇਹ ਸੰਸਾਰ, ਤੈਸਾ ਇਹ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਮੇਰੇ ਰਮਈਏ ਰੰਗ ਮਜੀਠ ਕਾ। ਕਹੋ ਰਵਿਦਾਸ ਚਮਾਰ, ਕਹੋ ਰਵਿਦਾਸ ਚਮਾਰ। ਜੈਸਾ ਰੰਗ ਕੁਸੁੰਭ ਕਾ, ਜੈਸਾ ਰੰਗ ਕੁਸੁੰਭ ਕਾ। ਤੈਸਾ ਇਹ ਸੰਸਾਰ, ਤੈਸਾ ਇਹ ਸੰਸਾਰ। ਮੇਰੇ ਰਮਈਏ ਰੰਗ ਮਜੀਠ ਕਾ, ਮੇਰੇ ਰਮਈਏ ਰੰਗ ਮਜੀਠ ਕਾ। ਕਹੋ ਰਵਿਦਾਸ ਚਮਾਰ, ਕਹੋ ਰਵਿਦਾਸ ਚਮਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਰਵਿਦਾਸ ਜੀ ਦਾ ਗੌੜੀ ਬੈਰਾਗਨ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ, ਜਿਸ ਦੇ ਰਾਹੀਂ ਭਗਤ ਰਵਿਦਾਸ ਜੀ ਉਪਦੇਸ਼ ਕਰ ਰਹੇ ਹਨ, ਆਖ ਰਹੇ ਹਨ, ਕੋ ਬਣ ਜਾਰੋ RAM ਕੋ, ਮੇਰਾ ਟਾਂਡਾ ਲਾਦਿਆ ਜਾਏ ਰੇ ਰਹਾਉ। ਇਸ ਸ਼ਬਦ ਦਾ ਕੇਂਦਰੀ ਭਾਵ ਹੈ। ਕੋ ਦਾ ਅਰਥ ਹੈ ਕੋਈ, ਬਨਜਾਰੋ ਦਾ ਅਰਥ ਹੁੰਦਾ ਹੈ ਵਣਜ ਕਰਨ ਵਾਲਾ, ਵਪਾਰ ਕਰਨ ਵਾਲਾ, ਵਪਾਰੀ। RAM ਕੋ ਦਾ ਅਰਥ ਹੈ RAM ਦੇ ਨਾਮ ਦਾ। ਆਖਣ ਲੱਗੇ ਕਿ ਹੇ ਭਾਈ, ਜੇ ਉਸ ਸੋਹਣੇ ਪ੍ਰਭੂ ਦੀ ਕਿਰਪਾ ਹੋਵੇ, ਉਹਦੀ ਕਿਰਪਾ ਦੇ ਨਾਲ ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ, ਕੋਈ ਮਨੁੱਖ, ਕੋਈ ਵਪਾਰੀ ਮੈਨੂੰ ਮਿਲ ਪਏ, ਆਓ ਕਿ ਜਿਹੜਾ ਕਿ ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਹੋਵੇ। ਕਹਿੰਦੇ ਉਸ ਬੰਦੇ ਦੇ ਨਾਲ ਮੇਰਾ ਵੀ ਜਿਹੜਾ ਮਾਲ ਹੈ ਉਹ ਲੱਦਿਆ ਜਾ ਸਕਦਾ ਹੈ। ਮੇਰਾ ਟਾਂਡਾ ਲਾਦਿਓ ਜਾਏ ਰੇ। ਜਿਹੜਾ ਟਾਂਡਾ ਹੁੰਦਾ ਹੈ, ਪੁਰਾਤਨ ਸਮੇਂ ਵਿੱਚ ਬਲਦਾਂ ਜਾਂ ਗੱਡਿਆਂ ਰੇੜਿਆਂ ਦਾ ਸਮੂਹ ਹੁੰਦਾ ਸੀ, ਜਿਨ੍ਹਾਂ ਉੱਤੇ ਵਪਾਰੀ ਲੋਕ ਵਪਾਰ ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੁੰਦਾ ਸੀ।
ਤੇ ਉਸ ਕਾਫਲੇ ਨੂੰ ਟਾਂਡਾ ਕਹਿੰਦੇ ਨੇ, ਜਿਹੜਾ ਕਿ ਇਕੱਠਾ ਸਮਾਨ ਲੱਦ ਕੇ ਕਈ ਗੱਡੇ ਜਾਂਦੇ ਸਨ, ਤੇ ਉਹਨੂੰ ਟਾਂਡਾ ਕਿਹਾ ਜਾਂਦਾ ਸੀ। ਕਈ ਵਾਰੀ ਕੀ ਹੁੰਦਾ ਸੀ ਕਿ ਕਈ ਵਪਾਰੀ ਛੋਟੇ ਹੁੰਦੇ ਸਨ, ਪੂਰਾ ਇੱਕ ਗੱਡੇ ਦਾ ਕਿਰਾਏ ਭਾੜਾ ਨਹੀਂ ਸੀ ਦੇ ਸਕਦੇ, ਤੇ ਉਹ ਆਪਣਾ ਛੋਟਾ ਮੋਟਾ ਕੋਈ ਮਾਲ ਹੁੰਦਾ ਸੀ ਤਾਂ ਉਹ ਦੂਜੇ ਗੱਡੇ ਦੇ ਉੱਤੇ ਲੱਦ ਦਿਆ ਕਰਦੇ ਸਨ। ਜਾਂ ਕਈ ਵਾਰੀ ਉਹਨਾਂ ਦੇ ਸਾਰੇ ਤੋਂ ਉਸ ਦਾ ਵੀ ਜਿਹੜਾ ਮਾਲ ਸੀ ਇੱਕ ਥਾਂ ਤੋਂ ਦੂਜੀ ਥਾਂ 'ਤੇ ਪਹੁੰਚ ਜਾਂਦਾ ਸੀ। ਭਗਤ ਰਵਿਦਾਸ ਜੀ ਨੇ ਉਸ ਤਰ੍ਹਾਂ ਦੀ ਵਿਚਾਰ ਨੂੰ ਮੁੱਖ ਰੱਖਦਿਆਂ ਹੋਇਆਂ ਰੂਹਾਨੀ ਜੀਵਨ ਦੀ ਗੱਲ ਇੱਥੇ ਦਰਜ ਕਰਾਈ। ਆਖਣ ਲੱਗੇ, ਕੋ ਬਣ ਜਾਰੂ ਰਾਮ ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ। ਆਖਣ ਲੱਗੇ, ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ, ਕੋਈ ਵਪਾਰੀ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਵੀ ਲੱਦਿਆ ਜਾ ਸਕਦਾ ਹੈ, ਮੇਰਾ ਵੀ ਟਾਂਡਾ ਲੱਦਿਆ ਜਾ ਸਕਦਾ ਹੈ। ਭਾਵ ਕਹਿਣ ਦਾ ਮਕਸਦ ਹੈ ਕਿ ਗੁਰਮੁਖਾਂ ਦੀ ਸਹਾਇਤਾ ਨਾਲ ਮੈਂ ਵੀ ਹਰੀ ਨਾਮ ਰੂਪੀ ਮਾਲ ਦਾ ਵਣਜ ਕਰ ਸਕਾਂ ਗੁਰਮੁਖਾਂ ਦੀ ਸੰਗਤ ਦੇ ਨਾਲ। ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਆਪ ਸਾਡਾ ਨਾਮ ਜਪਣ ਵਿੱਚ ਮਨ ਨਹੀਂ ਲੱਗਦਾ, ਪਰ ਜਦੋਂ ਅਸੀਂ ਸੰਗਤ ਵਿੱਚ ਆਉਂਦੇ ਹਾਂ, ਜਿਹੜੇ ਬਾਕੀ ਨਾਮ ਜਪਣ ਵਾਲੇ ਸੱਜਣ ਹਨ ਉਹਨਾਂ ਦੇ ਕੋਲ ਬਹਿੰਦੇ ਹਾਂ, ਤਾਂ ਸਾਡਾ ਵੀ ਮਨ ਸਹਿਜ ਸੁਭਾਅ ਵਿੱਚ ਟਿਕ ਜਾਂਦਾ ਹੈ, ਸਾਡੀ ਸੁਰਤ ਵਿੱਚ ਉਹ ਮਾਲ ਲੱਦਿਆ ਜਾਂਦਾ ਹੈ। ਇਹ ਮੰਨ ਲਓ ਅਸੀਂ ਉਸ ਮਾਲ ਨੂੰ ਲੱਦਣ ਵਾਲੇ ਹੋ ਜਾਂਦੇ ਹਾਂ, ਸਾਡਾ ਵੀ ਮਾਲ ਸਾਡੀ ਸੁਰਤ ਦੇ ਵਿੱਚ ਉਹ ਟਿਕ ਜਾਂਦਾ ਹੈ, ਨਾਮ ਰੂਪੀ ਜਿਹੜਾ ਧਨ ਹੈ। ਕਈ ਵਾਰੀ ਅਸੀਂ ਆਪ ਇਕੱਲੇ ਯਤਨ ਕਰਦੇ ਹਾਂ ਤਾਂ ਉਸ ਨਾਮ ਦੇ ਨਾਲ ਸਾਡੀ ਸੁਰਤ ਨਹੀਂ ਜੁੜਦੀ, ਪਰ ਸਤਸੰਗਤ ਵਿੱਚ ਆ ਕੇ ਜਦੋਂ ਅਸੀਂ ਇਸ ਕਾਫਲੇ ਦੇ ਨਾਲ ਜੁੜਦੇ ਹਾਂ ਸਤਸੰਗਤ ਰੂਪੀ, ਤਾਂ ਸਾਡਾ ਵੀ ਇਹ ਜੀਵਨ ਸਫਲਾ ਹੋ ਜਾਂਦਾ ਹੈ। ਇਸ ਕਰਕੇ ਕਹਿਣਾ ਚਾਹੁੰਦੇ ਨੇ ਕਿ ਜਿਹੜੇ ਗੁਰਮੁਖ ਨੇ, ਨਾਮ ਜਪਣ ਵਾਲੇ ਹਨ, ਸਤਸੰਗੀ ਹਨ, ਇਹ ਇੱਕ ਕਾਫਲਾ ਹੈ ਸਤਸੰਗਤ ਰੂਪੀ। ਕਹਿੰਦੇ ਇਹਨਾਂ ਦੀ ਸਹਾਇਤਾ ਦੇ ਨਾਲ ਮੈਂ ਵੀ ਹਰੀ ਨਾਮ ਰੂਪੀ ਮਾਲ ਦਾ ਵਣਜ ਕਰ ਸਕਾਂ, ਇੱਥੇ ਮੈਂ ਵੀ ਵਪਾਰ ਕਰ ਸਕਾਂ। ਇਹ ਤਾਂ ਗੱਲ ਸੱਚ ਹੈ ਕਿ ਅਸੀਂ ਇੱਥੇ ਸਾਰੇ ਹੀ ਵਪਾਰ ਕਰਨ ਵਾਸਤੇ ਆਏ ਹਾਂ, ਪਰ ਇਹ ਸੋਝੀ ਵੀ ਗੁਰੂ ਕੀ ਸੰਗਤ ਵਿੱਚੋਂ ਹੀ ਸਾਨੂੰ ਪ੍ਰਾਪਤ ਹੁੰਦੀ ਹੈ। ਜਦੋਂ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਕਿ ਵਣਜ ਕਰੋ ਬਣ ਜਾ ਰਿਓ ਵਖਰ ਲਿਹੋ ਸਮਾਲ, ਤੈਸੀ ਵਸਤ ਵਿਸਾਈਏ ਜੈਸੀ ਨਿਭੈ ਨਾਲ। ਜਿਹੋ ਜਿਹੀ ਵਸਤ ਨੂੰ ਆਪਾਂ ਵਿਆਜਣ ਵਾਸਤੇ ਆਏ ਹਾਂ ਨਾ, ਉਸ ਵਸਤ ਨੂੰ ਵਿਆਜੀਏ, ਇਕੱਠੀ ਕਰੀਏ, ਕਿਉਂਕਿ ਉਹੀ ਸਾਡੇ ਨਾਲ ਜਾਣੀ ਹੈ, ਉਹੀ ਸਾਡਾ ਸਾਥ ਦੇਣ ਵਾਲੀ ਵਸਤ ਹੈ। ਇਸ ਕਰਕੇ ਕਈ ਵਾਰੀ ਕੀ ਹੁੰਦਾ ਹੈ ਕਿ ਇੱਕ ਦੂਜੇ ਦੀ ਮਦਦ ਦੇ ਨਾਲ ਸਾਨੂੰ ਸਹਿਜੇ ਹੀ ਗੁਰਬਾਣੀ ਦੀ ਵਿਚਾਰ, ਗੁਰਬਾਣੀ ਦਾ ਸਿਧਾਂਤ ਸਮਝ ਆ ਜਾਂਦਾ ਜਦੋਂ ਅਸੀਂ ਇਸ ਸਤਸੰਗਤ ਰੂਪੀ ਕਾਫਲੇ ਵਿੱਚ ਇਕੱਠੇ ਹੁੰਦੇ ਹਾਂ। ਕਿਉਂਕਿ ਗੁਰਬਾਣੀ ਦਾ ਇਹ ਅਟਲ ਫੈਸਲਾ ਹੈ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰੂ ਦੀ ਸੰਗਤ ਵਿੱਚ ਆ ਕੇ ਸਾਨੂੰ ਕੋਈ ਘਾਲਣਾ ਨਹੀਂ, ਬਹੁਤੀ ਘਾਲ ਨਹੀਂ ਪੈਂਦੀ। ਸਹਿਜ ਸੁਭਾਅ ਜੋ ਗਿਆਨ ਸੰਗਤ ਵਿੱਚ ਵਰਤਾਇਆ ਜਾ ਰਿਹਾ, ਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ, ਉਹ ਸਹਿਜ ਸੁਭਾਅ ਸਾਨੂੰ ਪ੍ਰਾਪਤ ਹੋ ਜਾਂਦਾ ਹੈ। ਇਸ ਕਰਕੇ ਭਗਤ ਰਵਿਦਾਸ ਜੀ ਕਹਿਣਾ ਚਾਹੁੰਦੇ ਹਨ ਕਿ ਕੋਈ ਵਪਾਰ ਕਰਨ ਵਾਲਾ ਵਪਾਰੀ ਮੈਨੂੰ ਮਿਲ ਪਵੇ, ਕੋਈ ਐਸਾ ਬੰਦਾ ਮਿਲ ਜਾਏ ਤਾਂ ਮੇਰਾ ਵੀ ਇਹ ਮਾਲ ਜਿਹੜਾ ਹੈ ਉਹ ਲੱਦਿਆ ਜਾ ਸਕੇ, ਭਾਵ ਮੈਂ ਵੀ ਨਾਮ ਰੂਪ ਮਾਲ ਦਾ ਵਣਜ ਕਰ ਸਕਾਂ, ਵਪਾਰ ਕਰ ਸਕਾਂ। ਪਹਿਲੇ ਬੰਦ ਵਿੱਚ ਕਹਿ ਰਹੇ ਨੇ, ਕਹਿੰਦੇ ਨੇ ਘਟ ਅਵਘਟ ਡੂਗਰ ਘਣਾ। ਇਹਨੂੰ ਡੂੰਗਰ ਪਾਠ ਨਹੀਂ ਕਰਾਂਗੇ, ਇਹਨੂੰ ਪਾਠ ਕਰਾਂਗੇ ਡੂਗਰ। ਡੂਗਰ ਦਾ ਅਰਥ ਹੁੰਦਾ ਹੈ ਪਹਾੜੀ ਰਸਤਾ, ਬੜਾ ਵਿਖੜਾ ਰਸਤਾ, ਔਖਾ ਰਸਤਾ। ਘਣਾ ਦਾ ਅਰਥ ਹੈ ਬਹੁਤ ਜ਼ਿਆਦਾ। ਆਖਣ ਲੱਗੇ, ਜਿੰਨੀ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਜਾਣਾ ਹੈ, ਕਹਿੰਦੇ ਮੇਰਾ ਟਾਂਡਾ ਲੰਘਣਾ ਹੈ, ਉਹ ਰਸਤੇ ਬੜੇ ਔਖੇ ਪਹਾੜੀ ਰਸਤੇ ਹਨ। ਭਗਤ ਰਵਿਦਾਸ ਜੀ ਆਖਦੇ ਹਨ, ਜਿਨ੍ਹਾਂ 'ਤੇ ਕਹਿੰਦੇ ਨੇ ਇਹ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੱਗਣਾ ਹੈ, ਮੇਰੇ ਇਸ ਸਮਾਨ ਨੇ ਲੰਘਣਾ ਹੈ,
ਉਹ ਬੜਾ ਵਿਖਮ ਰਸਤਾ ਹੈ, ਬੜਾ ਔਖਾ ਰਸਤਾ ਹੈ ਤਾਂ ਔਖਾ ਹੀ ਕੰਮ ਹੈ। ਕਿਉਂਕਿ ਕੋਕਟ ਘਾਟੀ ਰਾਮ ਕੀ ਤੇ ਚੜ੍ਹ ਰਿਓ ਕਬੀਰ, ਉਹ ਹੈ ਤਾਂ ਘਾਟੀ ਔਖੀ ਹੈ। ਉਸ ਰਸਤੇ ਤੇ ਤੁਰਨਾ ਹੈ ਤਾਂ ਖੰਨਿਓ ਤਿੱਕੀ ਵਾਲੋ ਨਿੱਕੀ ਏਤ ਮਾਰਗ ਜਾਣਾ। ਇਸ ਮਾਰਗ ਤੇ ਜਾਣਾ ਕੋਈ ਸੌਖਾ ਤੇ ਨਹੀਂ ਹੈ, ਆਸਾਨ ਨਹੀਂ ਹੈ, ਕਿਉਂਕਿ ਇਹ ਸੁਰਤੀ ਦਾ ਮਾਰਗ ਹੈ। ਤੁਸੀਂ ਦੇਖੋ ਨਾ, ਪਾਠ ਕਰਦੇ ਹਾਂ ਵੀ ਸੁਰਤ ਟੁੱਟ ਜਾਂਦੀ ਹੈ, ਸਤਸੰਗਤ ਵਿੱਚ ਬਹਿੰਦੇ ਉੱਥੇ ਵੀ ਕਈ ਵਾਰ ਸੁਰਤ ਟੁੱਟ ਜਾਂਦੀ ਹੈ। ਕਿਤਨਾ ਔਖਾ ਪੈਂਦਾ ਉਸ ਸੁਰਤੀ ਦੇ ਰਾਹ 'ਤੇ ਤੁਰਨਾ, ਇਕਾਗਰ ਚਿੱਤ ਬਣਾਈ ਰੱਖਣਾ, ਬਿਲਕੁਲ ਇੱਕ ਰਸ ਹੋ ਕੇ ਤੁਰੀ ਜਾਣਾ, ਅਤੇ ਇਹ ਕੰਮ ਔਖਾ ਹੈ। ਕਿਉਂਕਿ ਇਹ ਧਰਮ ਦਾ ਜਿਹੜਾ ਮਾਰਗ ਹੈ ਇਹ ਬੜਾ ਮੁਸ਼ਕਿਲ ਪੈਂਡਾ ਹੈ। ਵੈਸੇ ਵੀ ਮਾਰਗ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਕੋਈ ਵਿਰਲਾ ਵੱਡੇ ਭਾਗਾਂ ਵਾਲਾ ਇਸ ਨੂੰ ਹਾਸਲ ਕਰਦਾ ਪਿਆਰਿਓ। ਇਸ ਕਰਕੇ ਭਗਤ ਰਵਿਦਾਸ ਜੀ ਕਹਿ ਰਹੇ ਨੇ, ਕਹਿੰਦੇ ਜਿਨ੍ਹਾਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ ਨਾ, ਕਹਿੰਦੇ ਇਸ ਕਾਫਲੇ ਨੇ ਲੰਘਣਾ ਹੈ, ਅਤੇ ਉਹ ਰਸਤਾ ਜਿਹੜਾ ਔਖਾ ਹੈ। ਪਾਓ ਕਿ ਰਸਤੇ ਬੜੇ ਔਖੇ ਪਹਾੜੀ ਰਸਤੇ ਹਨ ਜਿਨ੍ਹਾਂ 'ਤੇ ਇਹ ਮੇਰੇ ਟਾਂਡੇ ਨੇ ਲੰਘਣਾ ਹੈ। ਅਤੇ ਫਿਰ ਕਹਿਣ ਲੱਗੇ ਇੱਕ ਨਿਰਗੁਣ ਬੈਲ ਹਮਾਰ, ਅਤੇ ਮੇਰਾ ਮਨ ਬਲਦ ਵੀ ਬੜਾ ਮਾੜਾ ਹੈ। ਨਿਰਗੁਣ ਦਾ ਅਰਥ ਹੁੰਦਾ ਹੈ ਗੁਣ ਤੋਂ ਹੀਣਾ, ਮਾੜਾ ਜਿਹਾ। ਪਾਓ ਕਿ ਇਹ ਜਿਹੜਾ ਮਨ ਰੂਪੀ ਬਲਦ ਹੈ ਇਹ ਵੀ ਬੜਾ ਮਾੜਾ ਹੈ, ਕਮਜ਼ੋਰ ਹੈ। ਹੁਣ ਪਹਾੜੀ ਦਾ ਰਸਤਾ ਲੰਘਣਾ ਹੋਵੇ ਅਤੇ ਕਮਜ਼ੋਰ ਬੈਲ ਕਿਵੇਂ ਅੱਗੇ ਚਲੇ? ਉਸਦੇ ਕੋਲੋਂ ਤਾਂ ਆਪ ਤੁਰਿਆ ਨਹੀਂ ਜਾਂਦਾ। ਮਨ ਐਡਾ ਕਮਜ਼ੋਰ ਹੈ, ਮਾਇਆ ਵਿੱਚ ਗਲਤਾਨ ਹੋ ਕੇ ਐਡਾ ਕਮਜ਼ੋਰ ਹੋ ਗਿਆ। ਇਸ ਕਰਕੇ ਭਗਤ ਰਵਿਦਾਸ ਜੀ ਆਖ ਰਹੇ ਨੇ, ਇਹ ਕਿਵੇਂ ਰਸਤਾ ਤੈਅ ਹੋਵੇ? ਆਖਣ ਲੱਗੇ ਰਮਈਏ ਸਿਉ ਇੱਕ ਬੇਨਤੀ, ਕਹਿੰਦੇ ਨੇ ਉਸ ਰਮੇ ਹੋਏ ਪਿਆਰੇ ਪ੍ਰਭੂ ਦੇ ਚਰਨਾਂ ਵਿੱਚ ਮੇਰੀ ਇੱਕ ਅਰਜ਼ੋਈ ਹੈ, ਬੇਨਤੀ ਹੈ। ਅਰਦਾਸ ਕੀ ਕਰ ਰਹੇ ਹਨ? ਕਹਿੰਦੇ ਮੇਰੀ ਪੂੰਜੀ ਰਾਖ ਮੁਰਾਰ। ਮੁਰਾਰ ਦਾ ਅਰਥ ਹੈ ਮੁਰ ਨਾਮਕ ਦੈਤ ਨੂੰ ਮਾਰਨ ਵਾਲਾ ਮੁਰਾਰੀ। ਇੱਥੇ ਮੁਰਾਰ ਦਾ ਅਰਥ ਕਰਾਂਗੇ ਹੇ ਪ੍ਰਭੂ ਮੇਰੀ ਪੂੰਜੀ ਰਾਖ, ਮੇਰੀ ਪੂੰਜੀ ਰਾਖ। ਪਾਓ ਇਹ ਮੇਰੀ ਜਿਹੜੀ ਹੈ ਰਾਸ ਪੂੰਜੀ ਨਾ, ਤੂੰ ਹੀ ਕਿਰਪਾ ਕਰ ਰੱਖ ਲੈ, ਤੂੰ ਹੀ ਕਿਰਪਾ ਕਰ, ਤੂੰ ਆਪ ਰਹਿਮਤ ਕਰ, ਕਿਉਂਕਿ ਤੇਰੇ ਚਰਨਾਂ 'ਚ ਹੀ ਅਰਦਾਸ ਹੈ, ਤੇਰੇ ਚਰਨਾਂ 'ਚ ਹੀ ਮੇਰੀ ਬੇਨਤੀ ਹੈ, ਅਰਜ਼ੋਈ ਹੈ। ਤੂੰ ਕਿਰਪਾ ਕਰ ਇਸ ਰਾਸ ਪੂੰਜੀ ਨੂੰ, ਹੇ ਸੱਚੇ ਪਾਤਸ਼ਾਹ ਤੂੰ ਆਪ ਹੀ ਰੱਖ ਲੈ, ਆਪ ਕਿਰਪਾ ਕਰ। ਕਿਉਂਕਿ ਜਿੱਥੇ ਸਾਡਾ ਜ਼ੋਰ ਨਹੀਂ ਚੱਲਦਾ ਨਾ, ਇਹ ਗੱਲ ਯਾਦ ਰੱਖਿਓ, ਉੱਥੇ ਕੇਵਲ ਅਰਦਾਸ ਕਰਨੀ ਬਣਦੀ ਹੈ। ਇਸ ਕਰਕੇ ਅਸੀਂ ਦੇਖਦੇ ਹਾਂ ਸਿੱਖ ਕੋਈ ਵੀ ਕਾਰਜ ਕਰਦਾ ਹੈ, ਕੋਈ ਵੀ ਕੰਮ ਕਰਦਾ ਹੈ, ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਦਾ ਆਸਰਾ ਲੈਂਦਾ ਹੈ, ਅਰਜ਼ੋਈ ਕਰਦਾ ਹੈ ਵੀ ਸੱਚੇ ਪਾਤਸ਼ਾਹ ਇਹ ਕੰਮ ਮੇਰੇ ਕੋਲੋਂ ਨਹੀਂ ਹੋਣਾ, ਤੇਰੇ ਚਰਨਾਂ 'ਚ ਅਰਦਾਸ ਹੈ, ਤੂੰ ਆਪ ਹੀ ਕਿਰਪਾ ਕਰੀ ਮੇਰਾ ਇਹ ਕੰਮ ਪੂਰਾ ਹੋ ਜਾਏ। ਵੈਸੇ ਵੀ ਗੁਰਬਾਣੀ ਆਖਦੀ ਹੈ ਕੀਤਾ ਲੋੜੀਏ ਕੰਮ ਸੋ ਹਰਿ ਪੈ ਆਖੀਐ ਕਾਰਜ ਦੇਹ ਸਵਾਰ, ਸਤਿਗੁਰ ਸਜ ਸਾਖੇ। ਕੋਈ ਵੀ ਕੰਮ ਕਰਨਾ ਹੈ, ਭਾਵੇਂ ਉਹ ਦੁਨਿਆਵੀ ਕੰਮ ਹੈ, ਭਾਵੇਂ ਇਹ ਅੰਦਰ ਦੀ ਸੁਰਤ ਦੇ ਰਸਤੇ ਦੀ ਗੱਲ ਚੱਲ ਰਹੀ ਹੈ, ਇਸ ਰਸਤੇ 'ਤੇ ਤੁਰਨ ਵਾਸਤੇ ਵੀ ਸਿੱਖ ਨੇ ਹਰ ਵੇਲੇ ਅਰਦਾਸ ਕਰਨੀ ਹੈ ਕਿ ਸੱਚੇ ਪਾਤਸ਼ਾਹ ਤੂੰ ਕਿਰਪਾ ਕਰ ਮੈਂ ਇਸ ਰਸਤੇ 'ਤੇ ਤੁਰ ਸਕਾਂ। ਪੁਰਾਤਨ ਸਮਾਂ ਸੀ ਜਦੋਂ ਸਿੱਖ ਆਉਂਦੇ ਸਨ ਗੁਰੂ ਚਰਨਾਂ 'ਚ, ਅਤੇ ਉਹ ਆਖਦੇ ਸਨ ਸੱਚੇ ਪਾਤਸ਼ਾਹ ਤੁਸੀਂ ਹੁਕਮ ਤੇ ਦੇ ਦਿੱਤਾ, ਹੁਕਮ ਨੂੰ ਕਮਾਉਣ ਦੀ ਸਮਰੱਥਾ ਵੀ ਬਖਸ਼ੋ, ਸਾਡੇ ਕੋਲੋਂ ਨਹੀਂ ਕਮਾਇਆ ਜਾਣਾ। ਤੁਸੀਂ ਜਿਹੜਾ ਹੁਕਮ ਦਿੱਤਾ ਹੈ ਨਾ, ਇਸ ਨੂੰ ਕਮਾਉਣ ਦੀ ਸਮਰੱਥਾ ਬਖਸ਼ੋ। ਇਸ ਕਰਕੇ ਇੱਥੇ ਭਗਤ ਰਵਿਦਾਸ ਜੀ ਆਖ ਰਹੇ ਨੇ, ਕਹਿੰਦੇ ਹੇ ਸੱਚੇ ਪਾਤਸ਼ਾਹ ਤੂੰ ਆਪ ਕਿਰਪਾ ਕਰ, ਤੇਰੇ ਚਰਨਾਂ 'ਚ ਅਰਜ਼ੋਈ ਹੈ, ਮੇਰੀ ਰਾਸ ਪੂੰਜੀ ਦੀ ਤੂੰ ਆਪ ਰੱਖਿਆ ਕਰੀਂ, ਤੂੰ ਆਪ ਕਿਰਪਾ ਕਰੀਂ, ਕਿਉਂਕਿ ਮੇਰੇ ਕੋਲ ਇਸ ਦੀ ਰੱਖਿਆ ਨਹੀਂ ਹੋਣੀ। ਕਿਉਂਕਿ ਮੇਰਾ ਜਿਹੜਾ ਇਹ ਮਨ ਰੂਪੀ ਬੈਲ ਇਹ ਬੜਾ ਕਮਜ਼ੋਰ ਹੈ। ਫਿਰ ਅੱਗੇ ਕਹਿਣ ਲੱਗੇ
ਕਹਿੰਦੇ ਕੋ ਬਣ ਜਾਰੋ RAM ਕੋ ਮੇਰਾ ਟਾਂਡਾ ਲਾ ਦਿਆ ਜਾਏ ਰੇ ਰਹਾਉ। ਇੱਥੋਂ ਆਪਾਂ ਵਿਚਾਰ ਸ਼ੁਰੂ ਕੀਤੀ ਸੀ। ਫਿਰ ਅੱਗੋਂ ਅਗਲਾ ਪਦਾ ਸ਼ੁਰੂ ਹੁੰਦਾ ਹੈ, ਹੋਂ ਬਣ ਜਾਰੋ RAM ਕੋ ਸਹਿਜ ਕਰੂੰ ਵਿਆਪਾਰ। ਇਹਨੂੰ ਵਪਾਰ ਨਹੀਂ ਬੋਲਾਂਗੇ। ਬੱਬੇ ਦੇ ਥੱਲੇ ਯਈਆ ਪਿਆ ਹੋਇਆ ਛੋਟਾ ਜਿਹਾ, ਅੱਧਾ ਯਈਆ ਕਹਿੰਦੇ ਇਹਨੂੰ। ਇਸ ਕਰਕੇ ਵਿਆਪਾਰ, ਵਿਆਪਾਰ ਇੱਦਾਂ ਯਈਆ ਥੱਲੇ ਵਿਆਪਾਰ ਯਈਆ ਬੋਲਾਂਗੇ ਥੱਲੇ। ਆਖਣ ਲੱਗੇ ਹੋਂ ਵਣਜਾਰੋ RAM ਕੋ। ਹੋਂ ਦਾ ਅਰਥ ਹੈ ਮੈਂ, ਵਣਜਾਰੋ RAM ਕੋ RAM ਦੇ ਨਾਮ ਦਾ ਵਣਜਾਰਾ ਹਾਂ, ਪਰਮਾਤਮਾ ਦੇ ਨਾਮ ਦਾ ਵਣਜ ਕਰਨ ਵਾਲਾ ਹਾਂ, ਵਪਾਰੀ ਹਾਂ, ਵਣਜਾਰਾ ਹਾਂ। ਸਹਿਜ ਕਰੂੰ ਵਪਾਰ। ਆਖਣ ਲੱਗੇ ਕਹਿੰਦੇ ਸਹਿਜ ਦਾ ਵਪਾਰ, ਅਡੋਲਤਾ ਦਾ ਵਪਾਰ, ਉਹ ਵਣਜ ਜਿਸ ਵਿੱਚੋਂ ਸ਼ਾਂਤੀ ਰੂਪੀ ਖੱਟੀ ਹਾਸਲ ਹੋਵੇ। ਕਹਿੰਦੇ ਮੈਂ ਇਸ ਕਰਕੇ ਵਪਾਰ ਕਰਦਾ ਹਾਂ। ਇਹੋ ਜਿਹਾ ਵਪਾਰ ਮੈਂ ਤਾਂ ਕਰ ਰਿਹਾ ਹਾਂ ਤਾਂ ਕਿ ਮੇਰੇ ਜੀਵਨ ਵਿੱਚੋਂ ਸਹਿਜ ਅਵਸਥਾ ਜਿਹੜੀ ਹੈ ਉਸਦੀ ਮੈਨੂੰ ਖੱਟੀ ਹੋਵੇ, ਪ੍ਰਾਪਤੀ ਹੋਵੇ, ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ, ਕਮਾਈ ਹਾਸਲ ਹੋਵੇ। ਅਸਲ ਵਿੱਚ ਨਾਮ ਜਪਣ ਦਾ ਅਰਥ, ਪਰਮਾਤਮਾ ਦੀ ਬੰਦਗੀ ਦਾ ਅਰਥ ਹੀ ਇਹ ਹੈ ਕਿ ਸਾਡਾ ਜੀਵਨ ਸਹਿਜਮਈ ਹੋਵੇ। ਸਭ ਤੋਂ ਵੱਡੀ ਇਸ ਦੇ ਪਿੱਛੇ ਜੋ ਕੋਈ ਖੱਟੀ ਹੈ, ਕੋਈ ਕਮਾਈ ਹੈ, ਉਹ ਹੈ ਸਹਿਜ ਦੀ। ਜਿਵੇਂ ਜਿਵੇਂ ਨਾਮ ਜਪਦੇ ਹਾਂ ਜੀਵਨ ਵਿੱਚ ਸਹਿਜ ਦਾ ਜਨਮ ਹੁੰਦਾ ਹੈ, ਆਤਮਿਕ ਅਡੋਲਤਾ ਦਾ ਜਨਮ ਹੁੰਦਾ ਹੈ। ਔਰ ਮਾਫ਼ ਕਰਨਾ, ਜੇ ਪਾਠ ਕਰ ਰਹੇ ਹਾਂ, ਕੀਰਤਨ ਸੁਣ ਰਹੇ ਹਾਂ, ਕਥਾ ਸੁਣ ਰਹੇ ਹਾਂ, ਜੇ ਸਹਿਜ ਦਾ ਜਨਮ ਨਹੀਂ ਹੋ ਰਿਹਾ ਤੇ ਸਮਝ ਲੈਣਾ ਸਿੱਖਾ ਜੇ ਤੇਰੀ ਕੋਈ ਕਮਾਈ ਨਹੀਂ ਹੋਈ ਜੀਵਨ 'ਚ। ਤੂੰ ਖੱਟਿਆ ਕੀ ਇੱਥੋਂ ਜੇ ਸਹਿਜ ਹੀ ਪੈਦਾ ਨਹੀਂ ਹੋਇਆ। ਕਿਉਂਕਿ ਸਹਿਜ ਤਾਂ ਇਹਨਾਂ ਸਾਰਿਆਂ ਦੇ ਪਿੱਛੇ ਤਾਂ ਆਪਾਂ ਸਹਿਜ ਪ੍ਰਾਪਤ ਕਰਨਾ ਹੈ ਨਾ, ਪਾਠ ਕਰਕੇ। ਇਸ ਕਰਕੇ ਕਰਨਾ ਸਹਿਜ ਮਿਲ ਜਾਏ, ਜੀਵਨ ਵਿੱਚ ਅਡੋਲਤਾ ਪ੍ਰਾਪਤ ਹੋ ਜਾਏ। ਇਸ ਕਰਕੇ ਭਗਤ ਜੀ ਆਖ ਰਹੇ ਨੇ, ਕਹਿੰਦੇ ਨੇ ਹੋਂ ਬਣ ਜਾਰੋ RAM ਕੋ ਸਹਿਜ ਕਰੂੰ ਵਿਆਪਾਰ। ਭਾਵ ਕਿ ਇਸ ਵਣਜ ਵਪਾਰ ਵਿੱਚੋਂ ਸ਼ਾਂਤੀ ਰੂਪੀ ਖੱਟੀ ਹਾਸਲ ਹੋਵੇ। ਇਸ ਕਰਕੇ ਮੈਂ ਪਰਮਾਤਮਾ ਦਾ ਨਾਮ ਜਪਦਾ, ਦਾ ਵਪਾਰੀ ਹਾਂ, ਵਪਾਰ ਕਰਦਾ ਹਾਂ। ਮੈਂ RAM ਨਾਮ ਧਨ ਲਾਧਿਆ। ਕਹਿੰਦੇ ਮੈਂ ਪਰਮਾਤਮਾ ਦੇ ਨਾਮ ਦਾ ਧਨ ਕਹਿੰਦੇ ਲੱਦ ਲਿਆ ਹੈ। ਤੇ ਵਿਖ ਲਾਦੀ ਸੰਸਾਰ, ਆਤਮਿਕ ਜੀਵਨ ਨੂੰ ਮਾਰ ਦੇਣ ਵਾਲੀ ਇਹ ਜਿਹੜੀ ਵਸਤ ਹੈ, ਜ਼ਹਿਰ ਹੈ, ਇਹ ਸੰਸਾਰ ਲੱਦੀ ਫਿਰਦਾ। ਸੰਸਾਰ ਨੇ, ਦੁਨੀਆ ਨੇ, ਦੁਨੀਆਦਾਰਾਂ ਨੇ, ਕਹਿੰਦੇ ਇਹ ਆਤਮਿਕ ਮੌਤ ਲਿਆਉਣ ਵਾਲੀ ਵਿਸ ਜਿਹੜੀ ਹੈ ਉਹ ਲੱਦੀ ਹੋਈ ਹੈ। ਮੈਂ ਤਾਂ ਪਰਮਾਤਮਾ ਦੇ ਨਾਮ ਦਾ ਧਨ ਲੱਦ ਲਿਆ ਹੈ। ਤੇ ਸੰਸਾਰ ਜਾਂ ਦੁਨੀਆਦਾਰ ਕੀ ਕਰਦੇ ਨੇ? ਭਗਤ ਰਵਿਦਾਸ ਜੀ ਆਖਦੇ ਨੇ, ਕਹਿੰਦੇ ਇਹ ਉਹ ਵਿਖ ਲੱਦੀ ਫਿਰਦੇ ਨੇ ਜਿਹੜੀ ਆਤਮਿਕ ਮੌਤ ਲਿਆਉਣ ਵਾਲੀ ਜ਼ਹਿਰ ਹੈ, ਉਹ ਲੱਦੀ ਫਿਰਦੇ ਨੇ। ਪਰ ਮੈਂ ਤਾਂ ਪਰਮਾਤਮਾ ਦੇ ਨਾਮ ਦਾ ਧਨ ਲੱਦਿਆ ਹੈ। ਫਿਰ ਕਹਿਣ ਲੱਗੇ ਉਰ ਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ। ਉਰ ਵਾਰ ਪਾਰ ਦਾ ਅਰਥ ਹੈ ਉਰਲੇ ਤੇ ਪਰਲੇ ਪਾਸੇ ਦੀ ਜਾਣਨ ਵਾਲਿਓ। ਆਓ ਜੀਵਾਂ ਦੇ ਲੋਕ ਪਰਲੋਕ ਵਿੱਚ ਕੀਤੇ ਕੰਮਾਂ ਨੂੰ ਜਾਣਨ ਵਾਲਿਓ। ਹੇ ਚਿੱਤਰਗੁਪਤੋ, ਭਗਤ ਰਵਿਦਾਸ ਜੀ ਉਹਨਾਂ ਨੂੰ ਸੰਬੋਧਨ ਕਰ ਰਹੇ ਨੇ ਵੀ ਤੁਸੀਂ ਜੀਵਾਂ ਦੇ ਕਰਮ ਲਿਖਦੇ ਹੋ। ਉਰਲਾ ਬੰਨਾ ਤੇ ਪਰਲੇ ਬੰਨੇ ਦੀਆਂ ਗੱਲਾਂ ਲਿਖਣ ਵਾਲਿਓ। ਆਓ ਕਿ ਇੱਥੇ ਵੀ ਕੰਮ ਕਰਦੇ ਹੋ, ਉੱਥੇ ਵੀ ਕੰਮ ਕਰਦੇ ਹੋ ਜਿੱਥੇ ਦਿਖਾਈ ਨਹੀਂ ਦਿੰਦਾ। ਵੈਸੇ ਵੀ ਜਦੋਂ ਚਿੱਤਰਗੁਪਤ ਅੱਖਰ ਆ ਗਿਆ, ਉਹ ਚਿੱਤਰ ਜਿਹੜੇ ਗੁਪਤ ਨੇ। ਭਗਤ ਰਵਿਦਾਸ ਜੀ ਆਖਣ ਲੱਗੇ, ਕਹਿੰਦੇ ਨੇ ਜੀਵਾਂ ਦੇ ਲੋਕ ਪਰਲੋਕ ਦੇ ਕੀਤੇ ਕੰਮਾਂ ਨੂੰ ਜਾਣਨ ਵਾਲਿਓ। ਕਹਿੰਦੇ ਤੁਸੀਂ ਇੱਕ ਕੰਮ ਕਰੋ, ਕਹਿੰਦੇ ਲਿਖ ਲਿਓ ਆਲ ਪਤਾਲ, ਊਲ ਜਲੂਲ, ਮਨ ਮਰਜ਼ੀ ਦੀਆਂ ਗੱਲਾਂ, ਜੋ ਤੁਹਾਡੇ ਮਨ ਕਰਦਾ ਲਿਖ ਲਿਓ। ਕਹਿੰਦੇ ਮੈਨੂੰ ਕੋਈ ਫਰਕ ਨਹੀਂ, ਮੇਰੇ ਬਾਰੇ ਜੋ ਤੁਸੀਂ ਲਿਖਣਾ। ਭਗਤ ਰਵਿਦਾਸ ਕਹਿੰਦੇ ਉਹ ਲਿਖ ਲਓ। ਕਿਉਂ? ਕਿਉਂਕਿ ਮੋਹੇ ਜਮ ਡੰਡ ਨਾ ਲੱਗ ਗਈ ਤਜੀਲੇ ਸਰਬ ਜੰਜਾਲ। ਕਿਉਂਕਿ ਹੁਣ ਮੈਂ ਇਹ ਦੁਨੀਆਦਾਰੀ ਦੇ ਸਾਰੇ ਜੰਜਾਲ ਜਿਹੜੇ ਨੇ ਇਹ ਛੱਡ ਦਿੱਤੇ ਨੇ, ਤਿਆਗ ਦਿੱਤੇ ਨੇ। ਅਸਲ ਵਿੱਚ ਜੇ ਜੰਜਾਲ ਨਾ ਤਿਆਗੀਏ ਤਾਂ ਸੱਚ ਜਾਣਨਾ ਫਿਰ ਸੰਸਾਰ ਦੇ ਵਿੱਚ ਅਸੀਂ ਦੰਡ ਦੇ ਭਾਗੀ ਹਾਂ। ਦੰਡ ਕਿਹਨੂੰ ਮਿਲਦਾ ਹੈ? ਸਜ਼ਾ ਕਿਹਨੂੰ ਮਿਲਦੀ ਹੈ? ਜਿਹੜਾ ਪਾਪ ਕਰਦਾ ਹੈ, ਅਪਰਾਧ ਕਰਦਾ ਹੈ,
ਜਿਹਨੇ ਕੋਈ ਅਪਰਾਧ ਹੀ ਨਹੀਂ ਕੀਤਾ ਉਹਨੂੰ ਸਜ਼ਾ ਕਿਹੜੀ ਗੱਲ ਦੀ, ਜਿਹਨੇ ਪਾਪ ਹੀ ਨਹੀਂ ਕੀਤਾ ਉਸਦੀ ਸਜ਼ਾ ਕਿਹੜੀ ਗੱਲ ਦੀ। ਇਸ ਕਰਕੇ ਭਗਤ ਜੀ ਆਖਣ ਲੱਗੇ, ਕਹਿੰਦੇ ਨੇ ਹੁਣ ਮੈਨੂੰ ਕੋਈ ਫਰਕ ਨਹੀਂ। ਪਾਓ ਕਿ ਜੇ ਤੁਸੀਂ ਚਾਹੁੰਦੇ ਹੋ ਆਲ ਪਤਾਲ ਜੋ ਮਰਜ਼ੀ ਲਿਖ ਲਓ, ਕਿਉਂਕਿ ਜਮ ਪਾਸ ਪੇਸ਼ ਹੋਣ ਵਾਸਤੇ ਮੇਰੇ ਕੰਮਾਂ ਵਿੱਚੋਂ ਕੋਈ ਐਸੀ ਗੱਲ ਤੁਹਾਨੂੰ ਨਹੀਂ ਲੱਭਣੀ ਜਿਹੜੀ ਗੱਲ ਦੇ ਕਰਕੇ ਮੈਨੂੰ ਦੰਡ ਮਿਲੇ, ਕਿਉਂਕਿ ਮੈਂ ਤਾਂ ਪ੍ਰਭੂ ਦੀ ਕਿਰਪਾ ਸਦਕਾ, ਅਹੰਕਾਰ 'ਚ ਨਹੀਂ ਕਰ ਰਹੇ ਭਗਤ ਰਵਿਦਾਸ ਜੀ, ਵਾਹਿਗੁਰੂ ਦੀ ਮਿਹਰ ਸਦਕਾ ਕਰ ਰਹੇ ਨੇ ਵੀ ਵਾਹਿਗੁਰੂ ਜੀ ਦੀ ਕਿਰਪਾ ਹੋਈ, ਅਕਾਲ ਪੁਰਖ ਦੀ ਕਿਰਪਾ ਸਦਕਾ ਕਹਿੰਦੇ ਮੈਂ ਸਾਰੇ ਜੰਜਾਲ ਛੱਡ ਦਿੱਤੇ ਨੇ, ਤਾਈਏ ਮੈਨੂੰ ਜਮ ਦਾ ਦੰਡ ਲੱਗਣਾ ਹੀ ਨਹੀਂ ਹੈ। ਹੁਣ ਜਮ ਦਾ ਦੰਡ ਕੀ ਲੱਗੇਗਾ, ਜਮ ਕੀ ਲੇਖਾ ਲਏਗਾ? ਜਦੋਂ ਪਾਪ ਹੀ ਛੱਡ ਦਿੱਤੇ, ਜਦੋਂ ਅਪਰਾਧ ਹੀ ਛੱਡ ਦਿੱਤੇ, ਜਦੋਂ ਮਾੜੇ ਕੰਮ ਹੀ ਛੱਡ ਦਿੱਤੇ, ਤੇ ਹੁਣ ਦੰਡ ਕਿਹੜੀ ਗੱਲ ਦਾ ਹੈ? ਕਿਉਂਕਿ ਮਾੜੇ ਕੰਮਾਂ ਦਾ ਹੀ ਤਾਂ ਕਰਕੇ ਹੀ ਦੰਡ ਮਿਲਦਾ ਨਾ ਬੰਦੇ ਨੂੰ। ਤੇ ਭਗਤ ਰਵਿਦਾਸ ਜੀ ਕਹਿੰਦੇ ਮੈਂ ਉਹ ਸਾਰੇ ਕੰਮ ਛੱਡ ਦਿੱਤੇ ਹਨ, ਉਹ ਔਗੁਣ ਛੱਡ ਦਿੱਤੇ ਹਨ। ਇਸ ਕਰਕੇ ਪਿਆਰ ਵਾਲਿਓ, ਜਦੋਂ ਸਾਡੇ ਜੀਵਨ ਵਿੱਚੋਂ ਕੋਈ ਮਾੜਾ ਕੰਮ ਰਹਿ ਨਾ ਜਾਏ ਫਿਰ ਡਰ ਵੀ ਕੋਈ ਨਹੀਂ ਰਹਿੰਦਾ। ਜਦੋਂ ਇਸ ਅਵਸਥਾ 'ਤੇ ਕੋਈ ਪਹੁੰਚ ਜਾਂਦਾ ਹੈ ਤੇ ਉਹ ਫਿਰ ਕਹਿ ਦਿੰਦਾ ਹੈ, ਕਹਿੰਦੇ ਬਾਹੁਰ ਹਮ ਕਾਹੇ ਆਵੇਂਗੇ, ਆਵਨ ਜਾਣਾ ਹੁਕਮ ਤਸੈ ਕਾ ਹੁਕਮੈ ਬੁਝ ਸਮਾਵਾਂਗੇ। ਜਿਨ੍ਹਾਂ ਨੇ ਹੁਕਮ ਨੂੰ ਬੁਝ ਲਿਆ, ਜਿਹੜੇ ਹੁਕਮ ਵਿੱਚ ਸਮਾ ਗਏ, ਉਹ ਕਹਿੰਦੇ ਹੁਣ ਮੁੜ ਕੇ ਆਉਣਾ ਨਹੀਂ ਹੈ ਸੰਸਾਰ 'ਚ, ਕਿਉਂਕਿ ਆਉਣਾ ਜਾਣਾ ਉਸਦਾ ਹੁਕਮ ਸੀ, ਹੁਕਮ ਨੂੰ ਬੁਝ ਲਿਆ, ਉਹਦੇ ਵਿੱਚ ਸਮਾ ਗਏ ਹਾਂ। ਕਿਉਂਕਿ ਹੁਕਮ ਨੂੰ ਨਾ ਬੁਝੀਏ, ਹੁਕਮ ਵਿੱਚ ਨਾ ਸਮਾਈਏ, ਫਿਰ ਜੋ ਅਸੀਂ ਸਮਾਏ ਰਵਾਂਗੇ ਪਾਪਾਂ ਦੇ ਵਿੱਚ, ਜੰਜਾਲਾਂ ਦੇ ਵਿੱਚ, ਔਗਣਾਂ ਦੇ ਵਿੱਚ, ਤੇ ਜਿਹੜੇ ਪਾਪ ਨੇ, ਜਿਹੜੇ ਜੰਜਾਲ ਨੇ, ਜਿਹੜੀ ਵਾਸਨਾ ਹੈ, ਜੀਵ ਵਾਸਨਾ ਬੱਧਾ ਆਵੇ ਜਾਵੇ। ਭਾਈ ਗੁਰਦਾਸ ਜੀ ਕਹਿੰਦੇ ਜੀਵ ਜਦੋਂ ਵੀ ਸੰਸਾਰ ਵਿੱਚ ਆਉਂਦਾ ਜਾਂਦਾ ਹੈ ਨਾ, ਤਾਂ ਉਹ ਵਾਸਨਾ ਕਰਕੇ ਆਉਂਦਾ ਹੈ। ਵਾਸਨਾ ਹੀ ਜਨਮ ਦਿਵਾਉਂਦੀ ਹੈ, ਵਾਸਨਾ ਹੀ ਮਨੁੱਖ ਨੂੰ ਦੰਡ ਦਾ ਭਾਗੀ ਕਰਦੀ ਹੈ। ਜਿਹੜੇ ਚਸਕੇ ਨੇ ਨਾ, ਇਹ ਚਸਕੇ ਹੀ ਮਨੁੱਖ ਨੂੰ ਖੁਆਰ ਕਰਦੇ ਹਨ। ਜੇ ਮਨੁੱਖ ਚਸਕੇ ਹੀ ਛੱਡ ਦੇਵੇ ਤਾਂ ਖੁਆਰੀ ਵੀ ਜੀਵਨ 'ਚੋਂ ਖਤਮ ਹੋ ਜਾਂਦੀ ਹੈ। ਜਦੋਂ ਵੀ ਮਨੁੱਖ ਖੁਆਰ ਹੋਇਆ, ਕਿਸੇ ਬੰਦੇ ਨੇ ਇਤਨਾ ਬੰਦੇ ਨੂੰ ਦੁਖੀ ਨਹੀਂ ਕੀਤਾ ਜਿਤਨਾ ਆਪਣੇ ਚਸਕਿਆਂ ਕਰਕੇ, ਆਪਣੀਆਂ ਵਾਸਨਾਵਾਂ ਕਰਕੇ ਮਨੁੱਖ ਦੁਖੀ ਹੁੰਦਾ। ਇਹ ਜੀਵਨ 'ਚ ਯਾਦ ਰੱਖਿਓ। ਕਦੇ ਕਿਸੇ ਨੇ ਇਤਨਾ ਦੁੱਖ ਬੰਦੇ ਨੂੰ ਨਹੀਂ ਦਿੱਤਾ ਜਿਤਨਾ ਮਨੁੱਖ ਆਪਣੀਆਂ ਵਾਸਨਾਵਾਂ ਕਰਕੇ ਦੁਖੀ ਹੋਇਆ, ਆਪਣੇ ਕਰਮਾਂ ਕਰਕੇ ਦੁਖੀ ਹੋਇਆ। ਇਸ ਕਰਕੇ ਭਗਤ ਰਵਿਦਾਸ ਜੀ ਆਖ ਰਹੇ ਨੇ, ਕਹਿੰਦੇ ਨੇ ਹੁਣ ਪ੍ਰਭੂ ਦੀ ਕਿਰਪਾ ਨਾਲ ਮੈਂ ਸਾਰੇ ਜੰਜਾਲ ਛੱਡ ਦਿੱਤੇ ਨੇ, ਸਾਰੇ ਜੰਜਾਲ ਛੱਡ ਦਿੱਤੇ, ਤਾਂ ਹੀ ਮੈਨੂੰ ਜਮ ਦਾ ਦੰਡ ਲੱਗਣਾ ਹੀ ਨਹੀਂ ਹੈ। ਕਿਉਂਕਿ ਜਮ ਦਾ ਦੰਡ ਤਾਂ ਲੱਗਦਾ ਜੇ ਮੈਂ ਜੰਜਾਲਾਂ ਵਿੱਚ ਪਿਆ ਹੁੰਦਾ। ਫਿਰ ਕਹਿਣ ਲੱਗੇ ਅਗਲੀ ਪੰਕਤੀ ਵਿੱਚ, ਆਖਣ ਲੱਗੇ, ਕਹਿੰਦੇ ਜੈਸਾ ਰੰਗ ਕੁਸੰਭ ਕਾ ਤੈਸਾ ਇਹ ਸੰਸਾਰ, ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਆਖਣ ਲੱਗੇ ਜਿਹੋ ਜਿਹਾ ਰੰਗ, ਕਹਿੰਦੇ ਮਜੀਠ ਉਹਦਾ ਕੁਸੰਬੇ ਦਾ ਹੈ, ਇਹ ਸੰਸਾਰ ਇਸ ਤਰ੍ਹਾਂ ਹੈ ਜਿਵੇਂ ਕੁਸੰਬੇ ਦਾ ਰੰਗ। ਪਾਓ ਕਿ ਪ੍ਰਭੂ ਦਾ ਨਾਮ ਜਪ ਕੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰਕੇ ਇਹ ਗੱਲ ਸਮਝ ਆ ਗਈ ਹੈ। ਭਗਤ ਰਵਿਦਾਸ ਜੀ ਆਖਣ ਲੱਗੇ, ਕਹਿੰਦੇ ਇਹ ਸੰਸਾਰ ਇਸ ਤਰ੍ਹਾਂ ਜਿਵੇਂ ਕੁਸੰਬੇ ਦਾ ਰੰਗ ਹੈ, ਨਾਸ ਹੋਣ ਵਾਲਾ ਹੈ। ਜਿਵੇਂ ਕੁਸੰਬੇ ਦਾ ਰੰਗ ਪੱਕਾ ਨਹੀਂ ਨਾ, ਉਹ ਸਦਾ ਨਹੀਂ ਰਹਿੰਦਾ, ਉਹ ਨਾਸ ਹੋ ਜਾਂਦਾ, ਇਸ ਤਰ੍ਹਾਂ ਇਹ ਸੰਸਾਰ ਵੀ ਨਾਸਵੰਤ ਹੈ। ਤੇ ਦੂਜੇ ਪਾਸੇ ਕਹਿਣ ਲੱਗੇ ਮੇਰੇ ਰਮਈਏ ਰੰਗ ਮਜੀਠ ਕਾ ਕਹੋ ਰਵਿਦਾਸ ਚਮਾਰ। ਆਖਣ ਲੱਗੇ ਰਵਿਦਾਸ ਚਮਾਰ, ਰਵਿਦਾਸ ਆਖਦਾ ਹੈ, ਕਹਿੰਦੇ ਮੇਰੇ ਰਮਈਏ, ਵਾਹੋ ਕਿ ਰਮੇ ਹੋਏ ਪਰਮਾਤਮਾ ਦੇ ਨਾਮ ਦਾ ਜੋ ਰੰਗ ਹੈ ਨਾ, ਉਹ ਮਜੀਠ ਦਾ ਰੰਗ ਹੈ, ਪੱਕਾ ਰੰਗ ਹੈ। ਜਿਵੇਂ ਮਜੀਠ ਦਾ ਰੰਗ ਪੱਕਾ ਹੁੰਦਾ ਹੈ, ਕਦੇ ਨਹੀਂ ਉਤਰਦਾ, ਇਸ ਤਰ੍ਹਾਂ ਪ੍ਰਭੂ ਦੇ ਨਾਮ ਦਾ ਜਿਹੜਾ ਰੰਗ ਹੈ ਨਾ, ਉਹ ਕਦੀ ਵੀ ਨਹੀਂ ਉਤਰਦਾ। ਰਾਮ ਰੰਗ ਕਦੇ ਉਤਰ ਨਾ ਜਾਏ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ ਨਾ, ਉਹ ਕਦੀ ਨਹੀਂ ਲੱਥਦਾ। ਜਾ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਹੀਅਤ ਹੈ ਸੂਰਾ, ਉਹ ਸੂਰਮਾ ਬਣ ਜਾਂਦਾ ਹੈ। ਆਤਮ ਜਿਣੈ ਸਗਲ ਵਸਤਾਕ ਹੈ, ਜਾਗਾ ਸਤਿਗੁਰ ਪੂਰਾ, ਉਹ ਆਪਣਾ ਆਪ ਜਿੱਤ ਲੈਂਦਾ ਹੈ, ਸਾਰਾ ਸੰਸਾਰ ਵਸ ਵਿੱਚ ਆ ਜਾਂਦਾ ਹੈ ਜਿਹਦਾ ਸਤਿਗੁਰ ਪੂਰਾ ਹੈ। ਇਸ ਕਰਕੇ ਉਹ ਰੰਗ ਸਾਨੂੰ ਵੀ ਕਿਤੇ ਲੱਗਦਾ ਹੈ। ਜਿਹੜੇ ਰੰਗ ਦੀ ਗੱਲ ਭਗਤ ਰਵਿਦਾਸ ਜੀ ਸ਼ਬਦ ਦੇ ਰਾਹੀਂ ਕਰ ਰਹੇ ਹਨ,
ਉਸ ਨਾਮ ਦੇ ਵਪਾਰੀ ਅਸੀਂ ਵੀ ਬਣ ਜਾਈਏ ਜਿਸ ਨਾਮ ਦਾ ਵਣਜ ਕਰਨ ਵਾਸਤੇ ਅਸੀਂ ਸੰਸਾਰ ਦੇ ਵਿੱਚ ਸਾਰੇ ਆਏ ਹਾਂ। ਹਾਂ, ਸਾਰੇ ਅਸੀਂ ਵਪਾਰੀ। ਇਹ ਗੱਲ ਵੱਖਰੀ ਹੈ ਕਿ ਜਿਹੜਾ ਵਪਾਰ ਕਰਨਾ ਸੀ ਉਹਨੂੰ ਛੱਡੀ ਜਾਂਦੇ ਹਾਂ। ਕੰਚ ਵਿਹਾਜਨ ਕੰਚਨ ਛਾਡਨ ਵੈਰੀ ਸੰਗ ਹੇਤ। ਬੰਦੇ ਦਾ ਸੁਭਾਅ ਹੈ ਕਿ ਇਹ ਕੱਚ ਨੂੰ ਵਿਹਾਜ ਰਿਹਾ ਤੇ ਕੰਚਨ ਨੂੰ ਛੱਡੀ ਜਾ ਰਿਹਾ। ਆਏ ਸਾਂ ਕੰਚਨ ਨੂੰ ਵਿਹਾਜਣ ਵਾਸਤੇ, ਕੱਚ ਛੱਡਣ ਵਾਸਤੇ। ਪਾਓ ਇਸ ਸੰਸਾਰ ਦੀ ਵਿਖਿਆ ਨੂੰ ਕਮਾ ਕਮਾ ਕੇ ਹਿਰਦੇ 'ਚ ਰੱਖੀ ਜਾ ਰਹੇ ਹਾਂ। ਸ਼ੁਭ ਕਰਮ ਜਿਹੜੇ ਉਹਨਾਂ ਨੂੰ ਛੱਡੀ ਜਾ ਰਹੇ ਹਾਂ। ਗੁਰੂ ਕਿਰਪਾ ਕਰੇ ਸ਼ੁਭ ਕਰਮ ਨੂੰ ਅਪਣਾ ਲਈਏ, ਮਾੜੇ ਕੰਮ ਜੀਵਨ 'ਚੋਂ ਛੱਡ ਦਈਏ, ਫਿਰ ਸਾਡੇ ਹੋ ਜਾਣਗੇ ਇਹ ਲੋਕ ਸੁਖੀਏ ਪਰ ਲੋਕ ਸਵੇਲੇ ਨਾਨਕ ਹਰਿ ਭੋਗ ਆਪੇ ਮਿਲੇ। ਧੰਨਵਾਦ ਜੀ ਸਾਰਿਆਂ ਦਾ। ਜੀ ਆਇਆਂ ਨੂੰ ਫਤਿਹ ਦੀ ਸਾਂਝ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।